गुरु छुटत परवाय अमरा पद अमृत सरोवर सद भरिया ते पीवह संत करहे मन मज्जन उपजन हो सेवा करिया तेन पाओ निवार्यन पै पद दीना शब्द मातर ते उदर धरे काव्य कल ठाकुर हरदास तने गुर रामदास सार अपार परे सज्जन सच्चा पातशाह शेर शाह दशाहो जिस पास बैठिया सोहिया सबना दावे साहो। सतनाम श्री वाहिगुरु साहिब जी। तनासरी शांत महला चौथा। कार पहला एक ओंकार सतगुर प्रसाद। हर जियो कृपा करे ता नाम ध्याईया जियो। सतगुर मिलै सो पाए सहज गुण गाइया जियो। हर जियो कृपा करे ता नाम ध्याईया जियो। सतगुर मिलै सो पाए सहज गुण गाइया जियो। गुण गाए विगसै सदा आनंदिन जा आप साचे पावे। अहंकार हूँ मैं तजै माया सहज नाम समावे। आप करता करे सोई आप देता पाइया। हर जियो कृपा करे ता नाम ध्याईया जियो। आप करता करे सोई आप देता पाइया। हर जियो कृपा करे ता नाम ध्याईया जियो। वाहिगुरु जी का खालसा वाहिगुरु जी की फतेह। जुगो जुग अटल चवर तखत छत्र दे मालक साहिब श्री गुरु ग्रंथ साहिब सच्चे पातशाह जी महाराज जी दी पावन अति पवित्र हजूरी अंदर जुड़ मिल बैठे गुरु का खास रूप गुरु रूप प्यारी साध संगत जी गुर फतेह प्रवान करना। वाहिगुरु जी का खालसा वाहिगुरु जी की फतेह। निता प्रतिवांग अज भी धन धन श्री गुरु ग्रंथ साहिब सच्चे पातशाह जी महाराज जी ने साडे जीवां ते किरपा मेहरामत
ਮੇਰ ਭਰੀ ਦ੍ਰਿਸ਼ਟੀ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਉੱਪਰ ਸਵਾਈਮਾਨ ਹੋ ਕਰਕੇ ਜਿੱਥੇ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ, ਉੱਥੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਵੀ ਸਾਨੂੰ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਸਾਨੂੰ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸ਼ਰਵਣ ਕਰਨ ਹਿਤ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੁੜ ਮਿਲ ਕਰਕੇ ਇਕੱਤਰ ਹੋਏ ਹਾਂ। ਅੱਜ ਦੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਵਿੱਚ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਜਿਨ੍ਹਾਂ ਨੇ ਇਸ ਮਾਤ ਲੋਕ 'ਤੇ ਆਣ ਕਰਕੇ ਨਾਮ ਜਪਿਆ, ਮਾਇਆ ਦੇ ਧੰਦਿਆਂ ਤੋਂ ਵਿਰਕਤ ਰਹੇ, ਬੈਰਾਗੀ ਰਹੇ, ਜਿਨ੍ਹਾਂ ਨੇ ਆਪਣੀ ਸੁਰਤੀ ਮਨ ਉੱਪਰ ਦੁਨਿਆਵੀ ਧੰਦਿਆਂ ਪਦਾਰਥਾਂ ਮੋਹ ਨੂੰ ਵਿਕਾਰਾਂ ਨੂੰ ਹਾਵੀ ਨਾ ਹੋਣ ਦਿੱਤਾ, ਉਹਨਾਂ ਨੂੰ ਆਪਣੇ ਸਰੂਪ ਘਰ ਵਿੱਚ ਪਰਿਪੂਰਨ ਪਰਮਾਤਮਾ ਨੇ ਅਭੇਦਤਾ ਬਖਸ਼ਿਸ਼ ਕੀਤੀ। ਜਿੱਥੇ ਉਹਨਾਂ ਦਾ ਜ਼ਿਕਰ ਹੈ ਅਤੇ ਉੱਥੇ ਜੋ ਮਨੁੱਖ ਇਸ ਸਮਾਤ ਲੋਕ 'ਤੇ ਆਣ ਕਰਕੇ ਦੂਜੇ ਭਾਵ ਵਿੱਚ ਖਚਿਤ ਹੋ ਗਏ, ਭਾਵ ਕਿ ਪਰਿਪੂਰਨ ਪਰਮਾਤਮਾ ਦੇ ਦੱਸੇ ਹੋਏ ਰਸਤੇ 'ਤੇ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਨਾ ਚੱਲੇ, ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ, ਉਹਨਾਂ ਨੂੰ ਫਿਰ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ ਵਾਰ-ਵਾਰ ਜੰਮਣ ਮਰਨ ਦਾ ਦੁੱਖ ਸਹਿਣਾ ਕਰਨਾ ਪੈਂਦਾ। ਉਹਨਾਂ ਜੀਵਾਂ ਦਾ ਵੀ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼੍ਰੀ ਪਾਵਨ ਪਵਿੱਤਰ ਮੁਖਵਾਕ ਸਾਹਿਬ ਜੀ ਦੇ ਵਿੱਚ ਜ਼ਿਕਰ ਕੀਤਾ ਹੈ। ਅੱਜ ਦਾ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਾਹਿਬ ਜੀ ਹੈ, ਇਸ ਦੀ ਜੋ ਉਥਾਨਕਾ ਸੰਪਰਦਾਈ ਮਹਾਂਪੁਰਖਾਂ ਨੇ ਇੰਝ ਸੁਣਾਈ ਹੈ ਕਿ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੰਨ ਸੋਢੀ ਸੁਲਤਾਨ ਪਿਤਾ ਨੂੰ ਗੁਰਤਾ ਗੱਦੀ ਦੇ ਕਰਕੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਭੇਜਿਆ ਕਿ ਜਾ ਕਰਕੇ ਨਗਰੀ ਵਸਾਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲੰਮਾ ਸਮਾਂ ਜਦੋਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ, ਇਸ ਨਗਰੀ ਦਾ ਨਿਰਮਾਣ ਕਰਵਾਇਆ, ਤਾਂ ਇੱਕ ਵਾਰ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜਦੋਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ, ਤਾਂ ਸੰਗਤਾਂ ਇਕੱਤਰ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਆਈਆਂ। ਜਿੱਥੇ ਆਪੋ ਆਪਣੀਆਂ ਭਟਾਵਾਂ ਅਰਪਣ ਕੀਤੀਆਂ, ਬੇਨਤੀਆਂ ਕੀਤੀਆਂ, ਉੱਥੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਵਿਚਰਦੇ ਰਹੇ, ਤਾਂ ਉਹ ਸੰਗਤਾਂ ਨੂੰ ਹਰ ਵੇਲੇ ਪਰਮੇਸ਼ਰ ਦਾ ਨਾਮ ਕਿਵੇਂ ਜਪਣਾ, ਕਿਵੇਂ ਪਰਮੇਸ਼ਰ ਦੀ ਅਰਾਧਨਾ ਕਰਨੀ ਹੈ, ਦੁਨਿਆਵੀ ਧੰਦਿਆਂ ਦੇ ਵਿੱਚ ਖਚਿਤ ਕਿਵੇਂ ਨਹੀਂ ਹੋਣਾ, ਇਹ ਉਪਦੇਸ਼ ਦਿੰਦੇ ਰਹੇ। ਅਤੇ ਆਪ ਜੀ ਵੀ ਉਹਨਾਂ ਦਾ ਹੀ ਸਰੂਪ ਹੋ, ਕਿਰਪਾ ਕਰਕੇ ਅਸੀਂ ਆਪ ਜੀ ਦੇ ਪਾਵਨ ਮੁਖ ਤੋਂ ਵੀ ਉਪਦੇਸ਼ ਸਰਵਣ ਕਰਨਾ ਚਾਹੁੰਦੇ ਹਾਂ ਕਿ ਪਰਮੇਸ਼ਰ ਦਾ ਨਾਮ ਕਿਵੇਂ ਜਪਿਆ ਜਾਵੇ ਅਤੇ ਕਿਵੇਂ ਇਸ ਮਨੁੱਖਾ ਜਨਮ ਨੂੰ ਸਫਲਾ ਕੀਤਾ ਜਾਵੇ। ਉਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਜੀ ਬਖਸ਼ਿਸ਼ ਕੀਤਾ। ਹੁਕਮਨਾਮਾ ਸਾਹਿਬ ਲੰਬੇਰਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ, ਸਮੇਂ ਦੇ ਵਿੱਚ ਰਹਿ ਕਰਕੇ ਆਪਾਂ ਕਥਾ ਵਿਚਾਰ ਕਰ ਸਕੀਏ, ਸਰਵਣ ਕਰ ਸਕੀਏ।
ਇੱਕ ਵਾਰ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਸੁਰਤ ਜੋੜੀਏ, ਪ੍ਰੇਮ ਸ਼ਰਧਾ ਦੇ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ, ਪਾਵਨ ਮੁਖਾਰ ਬਿਦ ਤੋਂ ਜੋ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸਾਨੂੰ ਪ੍ਰਾਪਤ ਹੋਇਆ। ਰਾਗ ਧਨਾਸਰੀ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ 690 ਅੰਗ ਦੇ ਸੁਭਾਏਮਾਨ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਸ਼ਬਦ ਹੈ ਸ਼ੰਤ ਦੇ ਸਿਰਲੇਖ ਹੇਠ ਉਚਾਰਨ ਕੀਤਾ। ਸ਼ੰਤ ਦਾ ਅੱਖਰੀ ਅਰਥ ਜਸ ਹੈ। ਤੇ ਪਹਿਲੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਇੱਕ ਓੰਕਾਰ ਪਰਿਪੂਰਨ ਪਰਮਾਤਮਾ ਅਦਵੈਤ ਰੂਪ ਇੱਕ ਹੈ, ਜੋ ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਜਾਤੀ ਦੀ ਵਿਆਖਿਆ ਵਿਦਵਾਨ ਜਨਾਂ ਨੇ ਕੀਤੀ ਹੈ ਕਿ ਜਿਵੇਂ ਮਨੁੱਖ ਤੇ ਮਨੁੱਖ ਦੀਆਂ ਹੋਰ ਜਿਵੇਂ ਜਾਤਾਂ, ਪਰ ਪਰਿਪੂਰਨ ਪਰਮਾਤਮਾ ਕੇਵਲ ਇੱਕ ਹੈ। ਪਰਮਾਤਮਾ ਦੀ ਜਾਤੀ ਦਾ ਭਾਵ ਕਿ ਪਰਮਾਤਮਾ ਵਰਗਾ ਪਰਮਾਤਮਾ ਕੋਈ ਹੋਰ ਨਹੀਂ। ਇਸ ਕਰਕੇ ਪਰਮਾਤਮਾ ਇੱਕ ਹੈ ਤੇ ਸਜਾਤੀ ਭੇਦ ਤੋਂ ਰਹਿਤ ਹੈ। ਤੇ ਵਿਜਾਤੀ ਜਿਵੇਂ ਮਨੁੱਖ ਹੈ, ਪਰ ਮਨੁੱਖ ਤੋਂ ਇਲਾਵਾ ਇਸ ਮਾਤ ਲੋਕ ਤੇ ਹੋਰ ਅਨੇਕਾਂ ਜੂਨੀਆਂ ਹਨ। ਪਸ਼ੂ ਪੰਖੀ ਜਿਵੇਂ 84 ਲੱਖ ਜੂਨਾਂ ਦਾ ਜ਼ਿਕਰ ਇਸ ਮਾਤ ਲੋਕ ਤੇ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਕੀਤਾ। ਪਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਉਹ ਪਰਿਪੂਰਨ ਪਰਮਾਤਮਾ ਵਿਜਾਤੀ ਭੇਦ ਵਿੱਚ ਵੀ ਨਹੀਂ। ਇਹ ਨਹੀਂ ਕਿ ਜੇ ਇਸ ਧਰਤੀ ਤੇ ਇੱਕ ਪਰਮਾਤਮਾ ਤੇ ਜੇ ਕੋਈ ਹੋਰ ਧਰਤੀ ਹੈ ਤੇ ਉੱਥੇ ਕੋਈ ਹੋਰ ਜਾਤ ਦਾ ਕੋਈ ਹੋਰ ਪਰਮਾਤਮਾ ਨਹੀਂ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਵਿਜਾਤੀ ਭੇਦ ਵੀ ਨਹੀਂ ਤੇ ਸਵੈਗਤ। ਜਿਵੇਂ ਮਨੁੱਖ ਦੇ ਹੱਥ ਪੈਰ ਲੱਤਾਂ ਬਾਹਾਂ, ਰੁੱਖਾਂ ਦੀਆਂ ਟਾਹਣੀਆਂ ਫਲ ਫੁੱਲ ਪੱਤੇ ਆਦਿਕ ਹੋਰ ਜੂਨਾਂ ਦੀਆਂ ਲੱਤਾਂ ਬਾਹਾਂ ਜਾਂ ਉਹਨਾਂ ਦੇ ਅੰਗ ਪ੍ਰਤੰਗ ਇਹੋ ਹੀ ਰਲਦੇ ਹੋਣ, ਸੱਚੇ ਪਾਤਸ਼ਾਹ ਜੀ ਕਹਿੰਦੇ ਸਵੈਗਤ ਭੇਦ ਵੀ ਨਹੀਂ। ਇਸ ਦੀ ਵਿਆਖਿਆ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਕੀਤੀ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਸੱਚੇ ਪਾਤਸ਼ਾਹ ਧੰਨ ਸੋਢੀ ਸੁਲਤਾਨ ਪਿਤਾ ਫਰਮਾਉਂਦੇ ਹਨ, ਉਹ ਅਦਵੈਤ ਰੂਪ ਪਾਰ ਬ੍ਰਹਮ ਪਰਮੇਸ਼ਰ ਇੱਕ ਹੈ, ਜੋ ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਤੇ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਫਿਰ ਸਵਾਲ ਪੈਦਾ ਹੁੰਦਾ ਕਿ ਐਸੇ ਮਹਾਨ ਗੁਣਾਂ ਵਾਲਾ ਪਰਿਪੂਰਨ ਪਰਮਾਤਮਾ ਜੋ ਹੈ ਵੀ ਇੱਕ ਹੈ, ਕੋਈ ਦੂਸਰਾ ਹੋਵੇ ਤਾਂ ਇੱਕ ਨਾ ਮੰਨੇ ਤਾਂ ਕੋਈ ਜਾ ਕੇ ਦੂਸਰੇ ਦੀ ਸ਼ਰਨ ਪੈ ਕਰਕੇ ਉਸ ਨੂੰ ਮਨਾ ਲਵੇ, ਉਸ ਦੀ ਪ੍ਰਾਪਤੀ ਕਰ ਲਵੇ। ਪਰ ਜਦੋਂ ਹੈ ਹੀ ਇੱਕ ਹੈ ਤਾਂ ਫਿਰ ਇਸ ਦੀ ਪ੍ਰਾਪਤੀ ਕਿਵੇਂ ਹੋਵੇ? ਸੱਚੇ ਪਾਤਸ਼ਾਹ ਜੀ ਨੇ ਅੱਗੇ ਉੱਤਰ ਵੀ ਦਿੱਤਾ ਕਿ ਸਤ ਗੁਰ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਮਿਹਰਾਮਤ ਨਾਲ ਪ੍ਰਾਪਤ ਹੁੰਦਾ ਹੈ। ਹਰ ਜੀਓ ਕਿਰਪਾ ਕਰੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ,
ਕਿ ਜਦੋਂ ਇਸ ਜੀਵ ਤੇ ਪਰਿਪੂਰਨ ਪਰਮਾਤਮਾ ਕਿਰਪਾ ਕਰਦਾ ਹੈ, ਮਿਹਰਾਮਤ ਕਰਦਾ ਹੈ, ਤਾ ਨਾਮ ਧਿਆਈਐ ਜੀਉ। ਤਾਂ ਇਸ ਮਾਤ ਲੋਕ ਤੇ ਆਣ ਕਰਕੇ ਇਹ ਜੀਵ ਪਰਿਪੂਰਨ ਪਰਮਾਤਮਾ ਦਾ ਨਾਮ ਤਾਂ ਹੀ ਧਿਆ ਸਕਦਾ ਹੈ, ਅਥਵਾ ਤਾਂ ਹੀ ਸਿਮਰ ਸਕਦਾ ਹੈ। ਅੱਗੇ ਸੱਚੇ ਪਾਤਸ਼ਾਹ ਜੀ ਫਿਰ ਵਿਧ ਦੱਸਦੇ ਹਨ ਕਿ ਕਿਵੇਂ ਧਿਆਇਆ ਜਾ ਸਕਦਾ, ਕਿਵੇਂ ਜਪਿਆ ਜਾ ਸਕਦਾ। ਸਤਿਗੁਰ ਮਿਲੈ ਸੁਭਾਏ। ਜਦੋਂ ਪਰਮੇਸ਼ਰ ਕਿਰਪਾ ਕਰਦਾ, ਮਿਹਰ ਕਰਦਾ, ਤੇ ਫਿਰ ਉਹ ਇਸ ਜੀਵ ਨੂੰ ਗੁਰੂ ਦਾ ਮਿਲਾਪ ਕਰਵਾ ਦਿੰਦਾ, ਤੇ ਇਹ ਜੀਵ ਗੁਰੂ ਧਾਰਨ ਕਰਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਜਦੋਂ ਕਮਾਈ ਕਰਦਾ ਤੇ ਆਤਮਿਕ ਅਡੋਲਤਾ ਦੇ ਵਿੱਚ ਕਰਦਾ ਹੈ। ਸਹਿਜ ਗੁਣ ਗਾਈਐ ਜੀਉ। ਫਿਰ ਇਹ ਜੀਵ ਪਰਿਪੂਰਨ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਗੁਣ ਗਾਏ ਵਿਗਸੈ ਸਦਾ ਆਨੰਦਿਨ। ਫਿਰ ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪਰਮੇਸ਼ਰ ਕਿਰਪਾ ਦੇ ਘਰ ਵਿੱਚ ਆਇਆ, ਉਸ ਨੇ ਗੁਰੂ ਮਿਲਾ ਦਿੱਤਾ। ਜਦੋਂ ਇਹ ਜੀਵ ਗੁਰੂ ਵਾਲਾ ਬਣ ਗਿਆ ਅਥਵਾ ਗੁਰੂ ਧਾਰਨ ਕੀਤਾ ਤੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕੀਤੀ, ਫਿਰ ਇਸ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਕੀ ਆਇਆ? ਗੁਣ ਗਾਏ ਵਿਗਸੈ ਸਦਾ ਆਨੰਦਿਨ। ਜਦੋਂ ਇਸ ਜੀਵ ਨੇ ਗੁਣ ਗਾਏ, ਪਰਿਪੂਰਨ ਪਰਮਾਤਮਾ ਦੀ ਬੰਦਗੀ ਕੀਤੀ, ਤੇ ਫਿਰ ਸਵਾਲ ਪੈਦਾ ਹੁੰਦਾ, ਮਿੰਟ ਕੀਤੀ, ਅੱਧਾ ਘੰਟਾ ਕੀਤੀ, ਘੰਟਾ ਕੀਤੀ, ਕਿੰਨਾ ਚਿਰ ਕੀਤੀ? ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਆਨੰਦਿਨ, ਸਦੀਵ ਕਾਲ ਸਾਰੀ ਉਮਰਾ, ਦਿਨ ਰਾਤ ਜਦੋਂ ਪਰਮੇਸ਼ਰ ਦੀ ਬੰਦਗੀ ਕੀਤੀ, ਫਿਰ ਪ੍ਰਾਪਤੀ ਕੀ ਹੋਈ? ਵਿਗਸੈ। ਇਸ ਦੇ ਹਿਰਦੇ ਘਰ ਦੇ ਵਿੱਚ ਖੇੜਾ ਆ ਗਿਆ ਅਤੇ ਝੋਰੇ ਮੁੱਕ ਗਏ। ਜਾਂ ਆਪ ਸਾਚੇ ਭਾਵਏ। ਸੱਚੇ ਪਾਤਸ਼ਾਹ ਜੀ ਨੇ ਅੱਗੇ ਰਮਜ ਪਾਈ ਹੈ ਕਿ ਬੰਦਗੀ ਇਹ ਜੀਵ ਤਦੋਂ ਹੀ ਕਰ ਸਕਦਾ ਜਦੋਂ ਪਰਮੇਸ਼ਰ ਨੂੰ ਭਾਉਂਦਾ, ਤੇ ਜਦੋਂ ਪਰਮੇਸ਼ਰ ਨੂੰ ਭਾਉਂਦਾ ਇਹ ਜੀਵ ਬੰਦਗੀ ਕਰਦਾ ਤੇ ਇਹ ਜੀਵ ਪਰਮੇਸ਼ਰ ਨੂੰ ਭਾ ਜਾਂਦਾ ਹੈ। ਅਹੰਕਾਰ ਹਉਮੈ ਤਜੈ ਮਾਇਆ। ਫਿਰ ਇਸ ਦੀ ਜ਼ਿੰਦਗੀ ਦੇ ਵਿੱਚ ਹੋਰ ਬਦਲਾਵ ਆਉਂਦਾ। ਅਹੰਕਾਰ, ਆਪਣੇ ਗੁਣਾਂ ਦਾ ਹੰਕਾਰ ਇਹ ਜੀਵ ਛੱਡ ਦਿੰਦਾ। ਹਉਮੈ ਤਾਂ ਹਉਮੈ ਹੈ, ਇਸ ਨੂੰ ਵੀ ਇਹ ਜੀਵ ਫਿਰ ਛੱਡ ਦਿੰਦਾ। ਬਦੌਲਤ ਕਿਸ ਦੀ? ਬੰਦਗੀ ਕਰਨ ਦੇ। ਤੇ ਬੰਦਗੀ ਕਿਵੇਂ ਕੀਤੀ? ਪਰਮੇਸ਼ਰ ਨੇ ਗੁਰੂ ਮਿਲਾ ਦਿੱਤਾ। ਫਿਰ ਹੰਕਾਰ ਦੀ ਨਿਵਰਤੀ ਹੋ ਗਈ, ਆਪਣੇ ਗੁਣਾਂ ਦਾ ਇਹ ਹੰਕਾਰ ਨਹੀਂ ਕਰਦਾ, ਤੇ ਇਸ ਸਰੀਰ ਦੀ ਹੰਗਤਾ ਨੂੰ ਇਹ ਛੱਡ ਦਿੰਦਾ ਤੇ ਤਜੈ ਮਾਇਆ। ਤੇ ਮਾਇਆ ਦੇ ਜੋ ਇਸ ਦੇ ਅੰਦਰ ਮਾਇਆ ਨੇ ਘਰ ਕੀਤਾ ਕਿ ਇਹ ਮੇਰੀ ਹੈ, ਇਹ ਪਦਾਰਥ ਮੇਰਾ, ਇਹ ਸੰਪਦਾ ਮੇਰੀ ਹੈ, ਇਸ ਦੇ ਹੰਕਾਰ ਦੀ ਵੀ ਇਸ ਦੇ ਅੰਦਰੋਂ ਫਿਰ ਨਿਵਰਤੀ ਹੋ ਜਾਂਦੀ ਹੈ। ਸਹਿਜ ਨਾਮ ਸਮਾਵਏ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਦੋਂ ਇਸ ਜੀਵ ਦੇ ਹਿਰਦੇ ਦੇ ਅੰਦਰੋਂ ਇਹ ਹੰਕਾਰ, ਹਉਮੈ, ਮਾਇਆ, ਇਸ ਤਰ੍ਹਾਂ ਦੇ ਵਿਕਾਰਾਂ ਦਾ ਨਾਸ਼ ਜਦੋਂ ਹੋ ਗਿਆ ਨਾ, ਫਿਰ ਪ੍ਰਾਪਤੀ ਕੀ ਹੋਈ? ਸਹਿਜ ਨਾਮ ਸਮਾਵੈ। ਇਸ ਜੀਵ ਦੇ ਹਿਰਦੇ ਘਰ ਦੇ ਵਿੱਚ ਨਾ ਨਾਮ ਦੀ ਸਮਾਈ ਹੋ ਜਾਂਦੀ ਹੈ, ਨਾਮ ਟਿਕ ਜਾਂਦਾ, ਨਾਮ ਵਸ ਜਾਂਦਾ ਹੈ। ਆਪ ਕਰਤਾ ਕਰੇ ਸੋਈ। ਪਰ ਇਹ ਸਾਰਾ ਕੁਛ ਸੰਭਵ ਤਾਂ ਹੀ ਹੈ ਜੇ ਆਪ ਕਰਤਾ ਕਰੇ ਸੋਈ। ਸੋਈ ਤੋਂ ਭਾਵ ਉਹ, ਤੇ ਉਹ ਤੋਂ ਭਾਵ ਪਰਿਪੂਰਨ ਪਰਮਾਤਮਾ। ਇਹ ਸਾਰਾ ਵਿਧੀ ਵਿਧਾਨ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪ ਹੀ ਪੈਦਾ ਕਰਦਾ ਹੈ। ਆਪ ਦੇ ਤਾਂ ਪਾਈਐ। ਤੇ ਜਦੋਂ ਉਹ ਆਪਣੀ ਬਖਸ਼ਿਸ਼ ਆਪ ਦਿੰਦਾ, ਗੁਰੂ ਮਿਲਾ ਦਿੰਦਾ, ਤਾਂ ਹੀ ਨਾਮ ਦੀ ਪ੍ਰਾਪਤੀ ਤਾਂ ਪਾਈਐ ਹੁੰਦੀ ਹੈ। ਹਰ ਜੀਉ ਕਿਰਪਾ ਕਰੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਦੋਂ ਪਰਿਪੂਰਨ ਪਰਮਾਤਮਾ ਇਸ ਜੀਵ ਤੇ ਕਿਰਪਾ ਕਰਦਾ
ਸਕਦਾ ਹੈ। ਤਾ ਨਾਮ ਧਿਆਈਐ ਜੀਉ। ਤਾਂ ਇਹ ਜੀਵ ਪਰਿਪੂਰਨ ਪਰਮਾਤਮਾ ਦਾ ਨਾਮ ਧਿਆਈਐ ਜੀਓ। ਜੀਓ ਜਿੰਦ ਹਿਰਦੇ ਦੇ ਰਾਹੀਂ ਧਿਆ ਸਕਦਾ ਹੈ। ਅੰਦਰ ਸਾਚਾ ਨੇਹੋ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਸ ਜੀਵ ਦੇ ਅੰਦਰ ਫਿਰ ਅੰਦਰ ਸਾਚਾ ਨੇਹੋ। ਅੰਦਰ ਤੋਂ ਭਾਵ ਹਿਰਦੇ ਦੇ ਅੰਦਰ, ਤੇ ਸਾਚਾ ਪਰਿਪੂਰਨ ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਪਰ ਕਿਵੇਂ ਪੈਦਾ ਹੋਇਆ? ਪੂਰੇ ਸਤਿਗੁਰੈ ਜੀਉ। ਪੂਰੇ ਸਤਿਗੁਰੈ ਜੀਓ। ਪੂਰੇ ਸਤਿਗੁਰਾਂ ਦੀ ਕਿਰਪਾ ਧਾਰਨ ਦੇ ਕੀਤੀ ਦੇ ਨਾਲ, ਪੂਰੇ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕਰਨ ਦੇ ਨਾਲ ਹਉ ਤਿਸ ਸੇਵੀ ਦਿਨ ਰਾਤ। ਫਿਰ ਇਹ ਜੀਵ ਤਿਸ ਸੇਵੀ ਦਿਨ ਰਾਤ ਸੇਵੀ ਤੋਂ ਭਾਵ ਸਿਮਰਦਾ ਹੈ ਉਸ ਪਰਿਪੂਰਨ ਪਰਮਾਤਮਾ ਨੂੰ। ਮੈਂ ਕਦੇ ਨਾ ਵਿਸਰੈ ਜੀਉ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਦੇ ਨੂੰ ਕਦੀ ਵੀ ਪਰਮਾਤਮਾ ਦੀ ਯਾਦ ਵਿਸਰਦੀ ਨਹੀਂ, ਭੁੱਲਦੀ ਨਹੀਂ ਹੈ। ਕਦੇ ਨਾ ਵਿਸਾਰੀ ਅਨ ਦਿਨ ਸਮਾਰੀ। ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦਾ ਮਿਲਾਪ ਹੋ ਜਾਂਦਾ, ਇਹ ਜੀਵ ਗੁਰੂ ਦੇ ਦੱਸੇ ਰਸਤੇ ਤੇ ਚੱਲ ਪੈਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਸਦਕਾ ਫਿਰ ਕਦੇ ਨਾ ਵਿਸਾਰੀ। ਇਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚੋਂ ਕਦੇ ਵੀ ਵਿਸਾਰਦਾ ਨਹੀਂ, ਭੁਲਾਉਂਦਾ ਨਹੀਂ, ਤੇ ਅਨ ਦਿਨ ਸਮਾਰੀ ਸਦੀਵ ਕਾਲ ਸੰਭਾਲਦਾ, ਯਾਦ ਰੱਖਦਾ ਹੈ। ਜਾ ਨਾਮ ਲਈ ਤਾਂ ਜੀਵਾ। ਫਿਰ ਇਸ ਜੀਵ ਦਾ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਨਾਲ ਇੰਨਾ ਗੂੜਾ, ਇੰਨਾ ਡੂੰਘਾ ਪਿਆਰ ਪੈ ਜਾਂਦਾ, ਜਾਂ ਨਾਮ ਲਈ ਤਾਂ ਜੀਵਾਂ। ਫਿਰ ਇਸ ਦੀ ਅਵਸਥਾ ਇਹ ਹੋ ਜਾਂਦੀ ਹੈ ਕਿ ਇਹ ਨਾਮ ਲੈਂਦਾ ਤਾਂ ਜੀਂਦਾ। ਜੇ ਇਸ ਨੂੰ ਨਾਮ ਕਿਧਰੇ ਵਿਸਰਨ ਲੱਗਦਾ ਨਾ, ਤਾਂ ਇਸ ਨੂੰ ਇੰਜ ਜਾਪਦਾ ਮੈਂ ਮਰ ਜਾਣਾ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ, ਆਖਾਂ ਜੀਵਾਂ ਵਿਸਰਾ ਮਰ ਜਾਉ, ਵਿਸਰੈ ਮਰ ਜਾਉ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਫਿਰ ਜੀਵ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਇਹ ਨਾਮ ਲੈ ਕਰਕੇ ਹੀ ਜੀਂਦਾ ਹੈ। ਇੱਕ ਖਿਣ ਵਾਸਤੇ ਵੀ ਇਸ ਨੂੰ ਨਾਮ ਵਿਸਰਦਾ ਨਹੀਂ, ਸਦੀਵ ਕਾਲ ਜੀਂਦਾ ਹੈ। ਸ਼ਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ। ਫਿਰ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਤੇ ਕੰਨਾਂ ਦੇ ਨਾਲ ਸ਼ਰਵਣ ਕਰਦਾ, ਇੱਕ ਬਦਲਾਵ ਹੋਰ ਆਉਂਦਾ, ਇਹੋ ਮਨ ਤ੍ਰਿਪਤ ਹੈ। ਇਹ ਮਨ ਦੁਨਿਆਵੀ ਪਦਾਰਥਾਂ ਵੱਲੋਂ, ਦੁਨਿਆਵੀ ਖਵਾਇਸ਼ਾਂ ਵੱਲੋਂ ਰੱਜ ਜਾਂਦਾ, ਅਥਵਾ ਦੁਨਿਆਵੀ ਪਦਾਰਥਾਂ ਦੀ, ਧਨ ਦੀ, ਸੰਪਦਾ ਦੀ ਇਸ ਨੂੰ ਕੋਈ ਖਵਾਹਿਸ਼ ਨਹੀਂ ਰਹਿੰਦੀ। ਗੁਰਮੁਖ ਅੰਮ੍ਰਿਤ ਪੀਵਾ। ਪਰ ਇਹ ਪ੍ਰਾਪਤੀ ਵੀ ਤਾਂ ਹੀ ਹੋਈ ਜਦੋਂ ਮੁਖੀ ਗੁਰਾਂ ਦੇ ਰਾਹੀਂ ਨਾਮ ਦੀ ਦਾਤ ਲੈ ਕੇ ਤੇ ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਪਿਆ ਅਥਵਾ ਪੀਣਾ ਕੀਤਾ। ਨਦਰ ਕਰੇ ਤਾਂ ਸਤਿਗੁਰ ਮੇਲੇ। ਫੇਰ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ ਕਿ ਸਾਰਾ ਕੁਝ ਸੰਭਵ ਤਾਂ ਹੀ ਹੈ ਨਦਰ ਕਰੇ। ਉਹ ਪਰਿਪੂਰਨ ਪਰਮਾਤਮਾ ਮਿਹਰ ਕਰੇ ਤਾਂ ਸਤਿਗੁਰ ਮੇਲੇ। ਜਦੋਂ ਉਹ ਸੱਚੇ ਗੁਰਾਂ ਦਾ ਮਿਲਾਪ ਕਰਵਾ ਦਿੰਦਾ ਹੈ, ਆਨੰਦਿਨ ਬਵੇਕ ਬੁੱਧ ਵਿਚਰੈ। ਫਿਰ ਇਹ ਜੀਵ ਇਸ ਸਮਾਤ ਲੋਕ ਤੇ ਆਣ ਕਰਕੇ ਟਪਲਾ ਨਹੀਂ ਖਾਂਦਾ, ਭਲੇਖਾ ਨਹੀਂ ਖਾਂਦਾ, ਕਿਧਰੇ ਖੁੰਝਦਾ ਨਹੀਂ, ਵਿਵੇਕ ਬੁੱਧ ਵਿਚਰੈ। ਇਸ ਨੂੰ ਗਿਆਨਵਾਨ ਬੁੱਧੀ ਪਰਿਪੂਰਨ ਪਰਮਾਤਮਾ ਬਖਸ਼ਿਸ਼ ਕਰ ਦਿੰਦਾ, ਜਿਸ ਦੇ ਨਾਲ ਵਿਵੇਕ ਬੁੱਧ ਇਹ ਚੰਗੇ ਮਾੜੇ ਦੀ ਪਰਖ ਕਰ ਲੈਂਦਾ। ਇਸ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਕਰਮ ਸ਼ੁਭ ਹੈ, ਕਿਹੜਾ ਕਰਮ ਅਸ਼ੁਭ ਹੈ, ਕਿਹੜੇ ਕਰਮ ਕਰਨ ਦੇ ਨਾਲ ਪਰਮਾਤਮਾ ਦੇ ਨੇੜੇ ਹੋਣਾ, ਕਿਹੜਾ ਕਰਮ ਕਰਨ ਦੇ ਨਾਲ ਪਰਮਾਤਮਾ ਤੋਂ ਦੂਰ ਹੋਣਾ। ਪਰਿਪੂਰਨ ਪਰਮਾਤਮਾ ਇਸ ਜੀਵ ਤੇ ਫਿਰ ਬਖਸ਼ਿਸ਼ ਕਰ ਦਿੰਦਾ।
ਤੇ ਇਹ ਜੀਵ ਦਿਨ ਰਾਤ ਵਿਵੇਕ ਬੁੱਧ ਦੇ ਵਿੱਚ ਇਸ ਸਮਾਤ ਲੋਕ ਤੇ ਵਿਚਰਦਾ ਹੈ। ਅੰਦਰ ਸਾਚਾ ਨੇਹੋ ਤਾਂ ਜਾ ਕੇ ਇਸ ਜੀਵ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਲ ਸੱਚਾ ਪ੍ਰੇਮ ਪੈਦਾ ਹੁੰਦਾ ਹੈ। ਪੂਰੇ ਸਤਿਗੁਰ ਪਰ ਪੂਰੇ ਸਤਿਗੁਰਾਂ ਦੀ ਰਾਹੀਂ ਹੀ ਹੁੰਦਾ ਹੈ। ਸਤ ਸੰਗਤ ਮਿਲੈ ਵੱਡ ਭਾਗ। ਇੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਤਸੰਗਤ ਦੀ ਵਡਿਆਈ ਦੱਸੀ ਹੈ ਕਿ ਪਰਿਪੂਰਨ ਪਰਮਾਤਮਾ ਦੀ ਮਿਹਰ ਹੋਈ, ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਨੇ ਉਪਦੇਸ਼ ਦਿੱਤਾ, ਨਾਮ ਦੀ ਦਾਤ ਦਿੱਤੀ। ਉਸ ਨਾਮ ਦੀ ਕਮਾਈ ਜਿੱਥੇ ਘਰਾਂ ਵਿੱਚ ਬੈਠ ਕਰਕੇ ਕਰਨੀ ਹੈ, ਉੱਥੇ ਸਤ ਸੰਗਤ ਦੀ ਵਡਿਆਈ ਵੀ ਸੱਚੇ ਪਾਤਸ਼ਾਹ ਜੀ ਨੇ ਦਰਸਾਈ ਹੈ ਕਿ ਜਦੋਂ ਇਹ ਜੀਵ ਵੱਡੇ ਭਾਗ ਇਸ ਦੇ ਹੋਣ ਤੇ ਗੁਰੂ ਦੀ ਸੰਗਤ ਦੇ ਵਿੱਚ ਸਤ ਸੰਗਤ, ਗੁਰੂ ਦੀ ਹਜ਼ੂਰੀ ਵਿੱਚ ਆਣ ਕਰਕੇ ਸਤ ਸੰਗਤ ਕਰਦਾ ਹੈ ਜਾਂ ਇਸ ਨੂੰ ਸਤ ਸੰਗਤ ਮਿਲੇ ਪ੍ਰਾਪਤ ਹੋ ਜਾਂਦੀ ਹੈ। ਤਾਂ ਹਰ ਰਸ ਆਵੇ ਜੀਓ। ਤਾਂ ਜਿਹੜਾ ਜੀਵ ਪਰਿਪੂਰਨ ਪਰਮਾਤਮਾ ਦਾ ਦਿਨ ਰਾਤ ਨਾਮ ਜਪਦਾ ਸੀ ਨਾ, ਹੁਣ ਉਸ ਨੂੰ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਵਿੱਚੋਂ ਹਰ ਰਸ ਆਉਣ ਲੱਗ ਪੈਂਦਾ। ਪਰਮੇਸ਼ਰ ਦਾ ਨਾਮ ਮਿੱਠਾ ਕਰਕੇ ਲੱਗਣ ਲੱਗ ਪੈਂਦਾ ਹੈ। ਆਨ ਦਿਨ ਰਹਿ ਲਿਵ ਲਾਏ। ਫਿਰ ਇਹ ਜੀਵ ਦਿਨ ਰਾਤ ਪਰਿਪੂਰਨ ਪਰਮਾਤਮਾ ਦੇ ਚਰਣਾ ਕਮਲਾਂ ਦੇ ਵਿੱਚ ਲਿਵ ਲਾ ਕਰਕੇ ਮਨ ਜੋੜ ਕਰਕੇ ਬੰਦਗੀ ਕਰਦਾ ਹੈ। ਤਾਂ ਸਹਿਜ ਸਮਾਵੇ ਜੀਓ। ਤਾਂ ਫਿਰ ਸੁੱਤੇ ਸਿੱਧ ਹੀ ਇਹ ਪਰਿਪੂਰਨ ਪਰਮਾਤਮਾ ਦੇ ਵਿੱਚ ਇਸ ਦੀ ਸਮਾਈ ਅਭੇਦਤਾ ਹੋ ਜਾਂਦੀ ਹੈ। ਅਥਵਾ ਸਹਿਜ ਸਮਾਵੇ ਜੀਓ ਇਸ ਦੇ ਹਿਰਦੇ ਦੇ ਵਿੱਚ ਸਹਿਜ ਸਮਾਵੇ। ਸੁਤੇ ਸਿੱਧ ਪਰਿਪੂਰਨ ਪਰਮਾਤਮਾ ਦਾ ਨਾਮ ਸਦੀਵ ਕਾਲ ਲਈ ਵਸ ਜਾਂਦਾ ਹੈ। ਸਹਿਜ ਸਮਾਵੇ ਤਹਰ ਮਨ ਭਾਵੈ। ਜਦੋਂ ਇਸ ਜੀਵ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਜਾਂਦਾ, ਆਤਮਿਕ ਅਡੋਲਤਾ ਸਹਿਜ ਅਵਸਥਾ ਬਣ ਜਾਂਦੀ ਹੈ। ਸਦਾ ਅਤੀਤ ਬੈਰਾਗੀ। ਫਿਰ ਇਹ ਦੁਨੀਆ ਦੇ ਮੋਹ ਮਾਇਆ ਪਦਾਰਥਾਂ ਧੰਦਿਆਂ ਤੋਂ ਅਤੀਤ ਵਿਰਕਤ ਹੋ ਜਾਂਦਾ ਤੇ ਇਸ ਨੂੰ ਵੈਰਾਗ ਪੈਦਾ ਹੋ ਜਾਂਦਾ ਕਿ ਇਹ ਸਾਰੇ ਨਾਸਵਾਨ ਅਤੇ ਝੂਠੇ ਹਨ, ਸਦੀਵ ਕਾਲ ਰਹਿਣ ਵਾਲੇ ਨਹੀਂ। ਹਾਲਤ ਪਾਲਤ ਸੋਭਾ ਜਗ ਅੰਤਰ। ਫਿਰ ਅਜਿਹੀ ਉੱਚੀ ਅਵਸਥਾ ਵਾਲੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਜੋ ਸੋਭਾ ਵਡਿਆਈ ਹੈ ਨਾ, ਹਾਲਤ ਇਸਮਾਤ ਲੋਕ, ਪਲਤ ਉਸ ਪਰਲੋਕ ਤੇ ਜਗ ਅੰਦਰ ਸਮੁੱਚੀ ਸ੍ਰਿਸ਼ਟੀ ਕਾਇਨਾਤ ਦੇ ਅੰਦਰ ਹੋ ਜਾਂਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ ਵਾਲੀ ਅਵਸਥਾ ਮਿਲ ਜਾਂਦੀ ਹੈ। ਰਾਮ ਨਾਮ ਲਿਵ ਲਾਗੀ। ਪਰ ਕਿੰਨਾਂ ਦੀ, ਜਿਨ੍ਹਾਂ ਦੀ ਸਦੀਵ ਕਾਲ ਪਰਿਪੂਰਨ ਪਰਮਾਤਮਾ ਜੋ ਘਟ ਘਟ ਮੈਂ ਹਰ ਜੂ ਬਸੈ, ਜੋ ਜਰੇ ਜਰੇ ਦੇ ਵਿੱਚ ਰਮਿਆ ਹੋਇਆ ਪਰਿਪੂਰਨ ਪਰਮਾਤਮਾ ਸਮਾਇਆ, ਨਾਮ ਲਿਵ ਲਾਗੀ, ਜਿਨ੍ਹਾਂ ਦੀ ਉਸ ਦੇ ਨਾਮ ਦੇ ਵਿੱਚ ਸਦੀਵ ਕਾਲ ਲਿਵ ਲੱਗੀ ਰਹਿੰਦੀ ਹੈ। ਹਰਖ ਸੋਗ ਦੋਹਾਂ ਤੇ ਮੁਕਤਾ। ਫਿਰ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਹਰਖ ਸੋਗ ਦੋਹਾਂ ਤੇ ਮੁਕਤਾ। ਉਹ ਨਾ ਤਾਂ ਹਰਖ ਖੁਸ਼ੀ ਸੋਗ ਗਮੀ, ਨਾ ਤਾਂ ਖੁਸ਼ੀ ਵਿੱਚ ਪਰਮਾਤਮਾ ਭੁੱਲਦਾ ਤੇ ਨਾ ਗਮੀ ਵਿੱਚ ਪਰਮਾਤਮਾ ਭੁੱਲਦਾ। ਉਹਨਾਂ ਦੀ ਅਵਸਥਾ ਇਹਨਾਂ ਤੋਂ ਉੱਪਰ ਚਲ ਜਾਂਦੀ ਹੈ। ਅਸੀਂ ਦੁਨਿਆਵੀ ਜੀਵ ਹੈ ਨਾ, ਜਦੋਂ ਸਾਨੂੰ ਬਹੁਤ ਵੱਡਾ ਦੁੱਖ ਆਉਂਦਾ ਨਾ, ਸੱਚ ਜਾਣਿਓ ਉਦੋਂ ਵੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਕਈ ਤੇ ਇਵੇਂ ਹੀ ਜਿਵੇਂ ਦੁੱਖ ਆਇਆ ਤੇ ਪਰਿਪੂਰਨ ਪਰਮਾਤਮਾ ਦਾ ਰਾਹ ਹੀ ਛੱਡ ਗਏ, ਤੇ ਕਈ ਤੇ ਇਸਥੋਂ ਤੱਕ ਕਿ ਧਰਮ ਹੀ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲ ਜਾਂਦੇ। ਗੱਲ ਅਵਸਥਾ ਦੀ ਹੈ ਨਾ। ਅਸਲ 'ਚ ਸੱਚੇ ਪਾਤਸ਼ਾਹ ਜੀ ਨੇ ਤਾਂ ਇਹ ਪਰਚਾ ਪਾਇਆ ਸੀ ਕਿ ਵੇਖੀਏ ਇਸ ਨੇ ਕਮਾਈ ਕੀਤੀ ਹੈ, ਹੁਣ ਇਹਮ ਧਿਆਨ ਲਈਏ ਪਾਸ ਕਿੰਨਾ ਕੁ ਹੁੰਦਾ। ਪਰ ਅਸੀਂ ਫੇਲ ਹੋ ਗਏ।
ਗਮੀ ਆਈ, ਦੁੱਖ ਆਇਆ, ਸੋਗ ਆਇਆ, ਪਰਿਪੂਰਨ ਪਰਮਾਤਮਾ ਤੋਂ ਦੂਰ ਹੋ ਗਏ। ਤੇ ਹਰਖ ਜੇ ਖੁਸ਼ੀ ਆਈ, ਜਦੋਂ ਸਿਰੇ ਦੀ ਖੁਸ਼ੀ ਆਈ, ਜੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਸਮਾਂ ਹੋਇਆ, ਪਤਾ ਹੀ ਨਾ ਲੱਗਾ ਸੋਦਰ ਦਾ ਸਮਾਂ ਕਿੱਥੇ ਨਿਕਲ ਗਿਆ। ਸਾਰੀ ਰਾਤ ਜਾਗਦਿਆਂ ਨਿਕਲ ਗਈ, ਪਤਾ ਹੀ ਨਾ ਲੱਗਾ ਅੰਮ੍ਰਿਤ ਵੇਲਾ ਕਿੱਥੇ ਬਤੀਤ ਹੋ ਗਿਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਹੜੇ ਗੁਰਮੁਖ ਗੁਰੂ ਵੱਲ ਮੁਖ ਕਰਕੇ ਚੱਲਦੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਹਰਖ ਸੋਗ ਦੋਹਾਂ ਤੇ ਮੁਕਤਾ, ਇਹਨਾਂ ਤੋਂ ਮੁਕਤ ਉੱਚੇ ਹੋ ਜਾਂਦੇ ਹਨ। ਜੋ ਪ੍ਰਭ ਕਰੇ ਸੋ ਭਾਵੇ। ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਗਮੀ ਆਈ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਖੁਸ਼ੀ ਆਈ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ ਵਾਲੀ ਅਵਸਥਾ ਦੇ ਵਿੱਚ ਉਹ ਪਹੁੰਚ ਜਾਂਦੇ ਹਨ। ਸਤ ਸੰਗਤ ਮਿਲੈ ਵੱਡ ਭਾਗ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਗੁਰੂ ਦੀ ਸੰਗਤ, ਸਤ ਸੰਗਤ ਵੱਡਿਆਂ ਭਾਗਾਂ ਦੇ ਨਾਲ ਜੇ ਕਿਧਰੇ ਮਿਲ ਜਾਵੇ, ਤਾਹਰ ਰਸ ਆਵੇ ਜੀਓ। ਤਾਂ ਉਸ ਸਤ ਸੰਗਤ ਕਰਨ ਦੀ ਬਦੌਲਤ ਇਸ ਜੀਵ ਨੂੰ ਜੋ ਨਾਮ ਜਪਦਾ ਨਾ, ਪਰਮਾਤਮਾ ਦਾ ਅੰਦਰ ਰਸ ਆਉਣ ਲੱਗ ਪੈਂਦਾ। ਸੰਗਤ ਜੀ ਆਪਾਂ ਕਹਿੰਦੇ ਨਾ ਮਨ ਨਹੀਂ ਟਿਕਦਾ, ਉਬਾਸੀਆਂ ਆਉਂਦੀਆਂ, ਨੀਂਦ ਆਉਂਦੀ, ਇਹ ਤਦੋਂ ਤੱਕ ਆਉਂਦੀ ਜਦੋਂ ਰਸ ਨਹੀਂ ਆਉਂਦਾ। ਜਦੋਂ ਪਰਿਪੂਰਨ ਪਰਮਾਤਮਾ ਕਿਰਪਾ ਦੇ ਘਰ ਦੇ ਵਿੱਚ ਆਣ ਕਰਕੇ ਮਿਹਰ ਪਾਉਂਦਾ, ਰਹਿਮਤ ਕਰਦਾ, ਜਦੋਂ ਫਿਰ ਰਸ ਆਉਂਦਾ, ਫਿਰ ਨੀਂਦ ਕਿਧਰੇ, ਫਿਰ ਅੰਮ੍ਰਿਤ ਵੇਲੇ ਦੀ ਨੀਂਦ ਕਿਧਰੇ, ਫਿਰ ਮਜਾਲ ਸੋਦਰ ਦਾ ਸਮਾਂ ਨਿਕਲ ਜਾਵੇ, ਫਿਰ ਮਜਾਲ ਗੁਰੂ ਦੀ ਸੰਗਤ ਖੁੰਝ ਜਾਵੇ। ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਸਦਕਾ ਇਸ ਜੀਵ ਨੂੰ ਨਾਮ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ। ਦੂਜੇ ਭਾਏ ਦੁੱਖ ਹੋਏ। ਇੱਥੋਂ ਤੱਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਅਵਸਥਾ ਬਿਆਨ ਕੀਤੀ ਜੋ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਅਭੇਦ ਹੋ ਗਏ, ਉੱਚੀ ਅਵਸਥਾ ਪ੍ਰਾਪਤ ਕੀਤੀ। ਹੁਣ ਸੱਚੇ ਪਾਤਸ਼ਾਹ ਮੇਰੇ ਵਰਗੇ ਦੁਨਿਆਵੀ ਜੀਵਾਂ ਦੀ ਅਵਸਥਾ ਦਰਸਾ ਰਹੇ ਹਨ ਕਿ ਦੂਜੇ ਭਾਏ, ਇੱਕ ਭਾ ਇੱਕ ਰਸਤਾ ਪਰਮਾਤਮਾ ਦਾ, ਜੋ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦਤਾ ਬਖਸ਼ਿਸ਼ ਕਰਵਾ ਦਿੰਦਾ, ਤੇ ਦੂਸਰਾ ਰਸਤਾ ਜੋ ਦੁਨਿਆਵੀ ਮੋਹ ਮਾਇਆ ਪਦਾਰਥਾਂ ਧਨ ਸੰਪਦਾ ਦੇ ਵੱਲ ਨੂੰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਗੁਰੂ ਤੋਂ ਦੂਰ ਹੋ ਜਾਂਦੇ, ਗੁਰੂ ਦੇ ਭਾਣੇ ਦੇ ਵਿੱਚ ਨਹੀਂ ਚੱਲਦੇ, ਜਦੋਂ ਫਿਰ ਉਹ ਦੂਜੇ ਭਾਏ ਪਰਮਾਤਮਾ ਦਾ ਰਸਤਾ ਛੱਡ ਕੇ ਦੂਜੇ ਭਾਏ ਦੂਸਰੇ ਰਸਤੇ ਤੇ ਚੱਲਦੇ, ਫਿਰ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ, ਬਾਰ-ਬਾਰ ਜੂਨਾਂ ਦੇ ਵਿੱਚ ਆਉਣ ਦਾ ਜਾਣ ਦਾ ਦੁੱਖ ਹੁੰਦਾ ਮਿਲਦਾ ਹੈ। ਮਨ ਮੁਖ ਜਮ ਜੋਹਿਆ ਜੀਓ। ਅਜਿਹੇ ਜੀਵਾਂ ਨੂੰ ਫਿਰ ਮਨ ਮੁਖ, ਜੋ ਗੁਰੂ ਵੱਲ ਮੁਖ ਨਹੀਂ ਕਰਦੇ, ਮਨ ਮੁਖ ਮਨ ਦੇ ਪਿੱਛੇ ਚੱਲਦੇ, ਮਨ ਵੱਲ ਮੁਖ ਰੱਖ ਕੇ ਕਰਦੇ, ਫਿਰ ਜਮ ਬਾਰ-ਬਾਰ ਤਾੜਨਾ ਵੀ ਕਰਦੇ ਹਨ। ਹਾਏ ਹਾਏ ਕਰੇ ਦਿਨ ਰਾਤ। ਫਿਰ ਜਦੋਂ ਉਹ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਪੈਂਦੇ ਨਾ, ਮਨ ਦੇ ਮਗਰ ਲੱਗ ਕੇ ਮਨ ਵੱਲ ਮੁਖ ਰੱਖ ਕੇ, ਤੇ ਫਿਰ ਜਦੋਂ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੁੱਖ ਭੋਗਣੇ ਪੈਂਦੇ, ਫਿਰ ਹਾਏ ਹਾਏ ਕਰੇ ਦਿਨ ਰਾਤ। ਫਿਰ ਉਹ ਹਾਹਾਕਾਰ ਮਚਾਉਂਦੇ, ਬੜਾ ਵਿਰਲਾਪ ਕਰਦੇ, ਤੇ ਇਹ ਨਹੀਂ ਕਿ ਦਿਨੇ ਕਰਦੇ ਤੇ ਰਾਤ ਸੌਂ ਜਾਂਦੇ, ਰਾਤ ਸੌਂਦੇ ਤੇ ਦਿਨੇ ਕਰਦੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦਿਨ ਰਾਤ ਹਾਏ ਹਾਏ ਹੀ ਚੱਲਦੀ ਰਹਿੰਦੀ ਹੈ। ਮਾਇਆ ਦੁਖ ਮੋਹਿਆ ਜੀਓ। ਕਾਰਨ ਕੀ ਬਣਿਆ? ਮਾਇਆ ਦੇ ਨਾਲ ਪਿਆਰ ਪਾ ਲਿਆ, ਤੇ ਇਹ ਸਾਰਾ ਦੁੱਖ ਮਾਇਆ ਦੇ ਮੋਹ ਨੇ ਹੀ ਬਖਸ਼ਿਸ਼ ਕੀਤਾ, ਉਹਨਾਂ ਨੂੰ ਦੇਣਾ ਕੀਤਾ। ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ। ਪਰ ਕਿਧਰੇ ਸਮਝਦਾ ਜੀਵ, ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਖੁੰਝ ਜਾਂਦਾ ਨਾ, ਜਿਹੜਾ ਮਾਇਆ ਦੇ ਦੁੱਖ ਦੇ ਵਿੱਚ ਮੋਇਆ, ਜਿਹੜਾ ਮਾਇਆ ਦੇ ਵਿੱਚ ਮੋਇਆ ਹੋਇਆ ਦੁਖੀ ਰਹਿੰਦਾ ਨਾ, ਫਿਰ ਉਹ ਹੰਕਾਰ ਕਰਦਾ, ਹਉਮੈ ਕਰਦਾ ਤੇ ਰੋਹਿਆ, ਆਪਣੀ ਹਉਮੈ ਦੇ ਵਿੱਚ ਕ੍ਰੋਧਿਤ ਹੀ ਹੁੰਦਾ ਰਹਿੰਦਾ ਹੈ। ਮੇਰੀ ਮੇਰੀ ਕਰਤ ਵਿਹਾਵੇ। ਤੇ ਕਿਹੜੀਆਂ ਚੀਜ਼ਾਂ ਤੇ ਕ੍ਰੋਧ ਕਰਦਾ, ਤੇ ਕਿੰਨਾਂ ਦੇ ਨਾਲ ਮੋਹ ਪਾਉਂਦਾ ਤੇ ਦੁੱਖ ਆਉਂਦਾ? ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੀ ਮੇਰੀ, ਇਹ ਧੀਆਂ ਮੇਰੀਆਂ, ਪੁੱਤਰ ਮੇਰੇ, ਪਦਾਰਥ ਮੇਰੇ, ਸੰਪਦਾ ਮੇਰੀ, ਇਹਨਾਂ ਦੀ ਮੇਰੀ ਮੇਰੀ ਦੇ ਵਿੱਚ ਹੀ ਵਿਹਾਵ ਹੈ।
ਸਾਰੀ ਉਮਰਾ ਬਤੀਤ ਕਰ ਦਿੰਦਾ ਹੈ। ਜੋ ਪ੍ਰਭ ਦੇ ਤਿਸ ਚੇਤ ਨਾਹੀ। ਪਰ ਇਹ ਭੁੱਲ ਹੀ ਜਾਂਦਾ ਕਿ ਇਹ ਸਾਰੀਆਂ ਦਾਤਾਂ ਤਾਂ ਉਸ ਪਰਮਾਤਮਾ ਨੇ ਦਿੱਤੀਆਂ। ਚਾਹੀਦਾ ਤਾਂ ਸੀ ਕਿ ਉਹਨਾਂ ਦਾਤਾਂ ਦੇ ਵਿੱਚੋਂ ਦਾਤਾ ਯਾਦ ਆਉਂਦਾ, ਤਿਸ ਚੇਤੇ ਨਾਹੀ। ਪਰ ਇਹ ਜੀਵ ਮਾੜੇ ਭਾਗ ਮਾੜੇ ਕਰਮ ਉਸ ਨੂੰ ਕਦੇ ਯਾਦ ਹੀ ਨਹੀਂ ਕਰਦਾ। ਅੰਤ ਗਿਆ ਪਛੁਤਾਵੇ। ਤੇ ਓੜਕ ਨੂੰ ਜਦੋਂ ਅੰਤ ਸਮਾਂ ਆਉਂਦਾ, ਆਖਰੀ ਸਵਾਸ ਨਿਕਲਦਾ, ਫਿਰ ਪਰਲੋਕ ਦੇ ਰਸਤੇ ਤੇ ਜਦੋਂ ਚੱਲਣਾ ਪੈਂਦਾ, ਫਿਰ ਕੇਵਲ ਤੇ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ। ਬਿਨ ਨਾਵੇ ਕੋ ਸਾਥ ਨਾ ਚਾਲੈ। ਉਦੋਂ ਜਾ ਕਰਕੇ ਇਸ ਨੂੰ ਸੋਝੀ ਆਉਂਦੀ ਹੈ ਕਿ ਨਾਲ ਤੇ ਕੁਝ ਵੀ ਨਹੀਂ ਆਇਆ। ਮੇਰੀ ਮੇਰੀ ਕਰਦਿਆਂ ਜਨਮ ਵਿਹਾਇਆ, ਮੇਰੀ ਮੇਰੀ ਕਰਦਿਆਂ ਸਾਰਾ ਜਨਮ ਬਿਰਥਾ ਗਵਾ ਦਿੱਤਾ, ਪਰ ਨਾਲ ਤੇ ਕੋਈ ਵੀ ਨਾ ਚੱਲਿਆ। ਜਦੋਂ ਫਿਰ ਇਹ ਜੀਵ ਜਿਹ ਮਾਰਗ ਇਹ ਜਾਤ ਅਕੇਲਾ, ਜਦੋਂ ਇਹ ਆਤਮਾ ਇਕੱਲੀ ਚੱਲਦੀ ਪ੍ਰਲੋਕ ਦੇ ਰਸਤੇ ਤੇ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਨੂੰ ਪਛਤਾਵਾ ਹੁੰਦਾ ਹੈ। ਪੁੱਤਰ ਕਲਤਰ ਮਾਇਆ ਧੋਹਿਆ। ਫਿਰ ਇਸ ਨੂੰ ਪਤਾ ਲੱਗਦਾ ਕਿ ਇਹ ਪੁੱਤਰ ਤੇ ਕਲਤਰ ਤੋਂ ਭਾਵ ਇਸਤਰੀ ਤੇ ਇਹ ਮਾਇਆ ਜੋ ਪਦਾਰਥਾਂ ਦੀ ਮਾਇਆ ਸੀ, ਧੋਹਿਆ। ਇਹ ਸਾਰਾ ਛਲ ਹੀ ਰੂਪ ਸੀ, ਜਿਹਨੇ ਮੈਨੂੰ ਛਲ ਲਿਆ ਤੇ ਮੈਂ ਛਲਿਆ ਗਿਆ। ਦੂਜੇ ਭਾਏ ਦੁਖ ਹੋਏ। ਪਰਿਪੂਰਨ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸਾਨੂੰ ਸਾਵਧਾਨ ਕਰਦੇ ਹਨ ਕਿ ਜਿਹੜੇ ਜੀਵ ਦੂਜੇ ਭਾਅ ਦੇ ਵਿੱਚ ਪ੍ਰਮਾਤਮਾ ਨੂੰ ਛੱਡ ਕੇ ਦੁਨੀਆਦਾਰੀ ਦੇ ਧੰਦਿਆਂ ਦੇ ਵਿੱਚ ਖਚਤਕ ਹੋ ਗਏ, ਉਹਨਾਂ ਨੂੰ ਫਿਰ ਦੁੱਖ ਹੋਏ, ਬਾਰ-ਬਾਰ ਜੰਮਣ ਮਰਨ ਦਾ ਦੁੱਖ ਹੁੰਦਾ ਹੈ। ਮਨ ਮੁਖ ਜਮ ਜੋਹਿਆ ਜੀਓ। ਤੇ ਕਿਹਨਾਂ ਨੂੰ ਹੁੰਦਾ ਹੈ ਮਨ ਮੁਖ? ਜਿਨ੍ਹਾਂ ਨੇ ਮਨ ਦੇ ਮਗਰ ਲੱਗ ਕੇ ਮਨ ਵੱਲ ਹੀ ਮੁਖ ਰੱਖਿਆ, ਗੁਰੂ ਵੱਲ ਮੁਖ ਨਾ ਕੀਤਾ, ਉਹਨਾਂ ਨੂੰ ਫਿਰ ਜਮ ਵਾਰ-ਵਾਰ ਤਾੜਨਾ ਵੀ ਕਰਦੇ ਹਨ। ਹਰ ਕਿਰਪਾ ਲੇਹੁ ਮਿਲਾਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਪਰਿਪੂਰਨ ਪਰਮਾਤਮਾ ਜਿਨ੍ਹਾਂ ਦੇ ਉੱਪਰ ਤੂੰ ਕਿਰਪਾ ਕਰਦਾ ਹੈ, ਉਹਨਾਂ ਨੂੰ ਫਿਰ ਤੂੰ ਆਪਣੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ। ਮਹਿਲ ਹਰ ਪਾਇਆ ਜੀਓ। ਉਹਨਾਂ ਨੂੰ ਫਿਰ ਤੁਸੀਂ ਆਪਣੇ ਸਰੂਪ ਰੂਪੀ ਘਰ ਦੀ ਅਭੇਦਤਾ ਮਹਿਲ ਬਖਸ਼ਿਸ਼ ਕਰ ਦਿੰਦੇ ਹੋ। ਸਦਾ ਰਹਿ ਕਰ ਜੋੜ। ਪਰ ਕਿੰਨਾ ਤੇ ਬਖਸ਼ਿਸ਼ ਹੁੰਦੀ ਜੋ ਸਦਾ ਰਹੇ ਕਰ ਜੋੜ, ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਸਦੀਵ ਕਾਲ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਦੀ ਆਗਿਆ ਦੇ ਵਿੱਚ ਹੱਥ ਜੋੜ ਕਰਕੇ ਚੱਲਦੇ ਹਨ। ਪ੍ਰਭ ਮਨ ਪਾਇਆ ਜੀਓ। ਤੇ ਉਹ ਹੀ ਜੀਵ ਪਰਮੇਸ਼ਰ ਦੇ ਮਨ ਨੂੰ ਪਰਮੇਸ਼ਰ ਨੂੰ ਭਾਉਂਦੇ ਹਨ, ਅਥਵਾ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਭਾ ਜਾਂਦਾ ਹੈ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ। ਜਿਨ੍ਹਾਂ ਜੀਵਾਂ ਦੇ ਮਨ ਨੂੰ ਪਰਿਪੂਰਨ ਪਰਮਾਤਮਾ ਪਰਮੇਸ਼ਰ ਭਾ ਜਾਂਦਾ ਤੇ ਹੁਕਮ ਸਮਾਵੈ, ਉਹ ਫਿਰ ਉਸ ਦੇ ਹੁਕਮ ਉਸ ਦੀ ਰਜ਼ਾ ਦੇ ਵਿੱਚ ਚੱਲਦੇ ਹਨ। ਹੁਕਮ ਮਨ ਸੁਖ ਪਾਇਆ। ਤੇ ਜਿਹੜੇ ਜੀਵ ਉਸ ਦਾ ਹੁਕਮ ਮੰਨਦੇ, ਉਸ ਦੀ ਰਜ਼ਾ ਦੇ ਵਿੱਚ ਚੱਲਦੇ, ਉਸ ਦੀ ਆਗਿਆ ਦੇ ਵਿੱਚ ਚੱਲਦੇ, ਗੁਰੂ ਧਾਰਨ ਕਰਕੇ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਦੇ ਹਨ, ਫਿਰ ਸੁਖ ਪਾਇਆ। ਉਹਨਾਂ ਨੂੰ ਫਿਰ ਸੁਖ ਪ੍ਰਾਪਤ ਹੁੰਦਾ। ਕਿਹੜਾ ਸੁਖ ਜੀ? ਜੰਮਣ ਮਰਨ ਵੱਡਾ ਵਿਛੋੜਾ। ਉਹ ਵਾਰ-ਵਾਰ ਜੰਮਣ ਮਰਨ ਦੇ ਗੇੜਿਆਂ ਤੋਂ ਛੁੱਟ ਜਾਂਦੇ ਤੇ ਮਹਿਲ ਸਰੂਪ ਘਰ ਦੀ ਪ੍ਰਾਪਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਅਨ ਦਿਨ ਜਪਤ ਰਹਿ ਦਿਨ ਰਾਤੀ। ਉਹ ਜੀਵ ਦਿਨ ਰਾਤ ਜਪਤ ਰਹੇ, ਜਪਦੇ ਰਹਿੰਦੇ ਹਨ ਤੇ ਦਿਨ ਰਾਤ ਕਿਹਨੂੰ? ਪਰਿਪੂਰਨ ਪਰਮਾਤਮਾ ਦੇ ਨਾਮ ਨੂੰ। ਸਹਜੇ ਨਾਮ ਧਿਆਇਆ। ਤੇ ਕਿਵੇਂ ਜਪਦੇ ਹਨ? ਆਤਮਿਕ ਅਡੋਲਤਾ ਦੇ ਵਿੱਚ ਗੁਰੂ ਦੀ ਮਿਹਰ ਸਦਕਾ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ। ਨਾਮੋ ਨਾਮ ਮਿਲੀ ਵਡਿਆਈ। ਨਾਮੋਂ ਤੋਂ ਭਾਵ ਨਾਮ ਜਪਣ ਵਾਲਾ, ਤੇ ਨਾਮ ਤੋਂ ਭਾਵ ਪਰਿਪੂਰਨ ਪਰਮਾਤਮਾ ਦਾ ਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅਜਿਹੇ ਨਾਮ ਜਪਣ ਵਾਲੇ ਜੀਵਾਂ ਨੂੰ, ਨਾਮੋਂ ਨੂੰ
ਨਾਮ ਮਿਲੀ ਵਡਿਆਈ। ਨਾਮ ਜਪਣ ਦੀ ਬਦੌਲਤ ਸਦਕਾ ਮਿਲੀ ਵਡਿਆਈ। ਗੁਰੂ ਵੱਲੋਂ ਪਰਮੇਸ਼ਰ ਵੱਲੋਂ ਬੜੀ ਵੱਡੀ ਵਡਿਆਈ ਸੋਭਾ ਮਿਲਦੀ ਹੈ। ਨਾਨਕ ਨਾਮ ਮਨ ਭਾਵੇ। ਗੁਰੂ ਨਾਨਕ ਨਾਮਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਕਿਹਨਾਂ ਨੂੰ ਨਾਮ ਮਨ ਭਾਵੇ। ਜਿਨ੍ਹਾਂ ਨੂੰ ਨਾਮ ਮਨ ਦੇ ਵਿੱਚ ਭਾ ਜਾਂਦਾ, ਮਿੱਠਾ ਲੱਗਣ ਲੱਗ ਪੈਂਦਾ ਹੈ। ਹਰ ਕਿਰਪਾ ਲੇਹੁ ਮਿਲਾਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਪਰਿਪੂਰਨ ਪਰਮਾਤਮਾ ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਲੈਂਦਾ ਹੈ। ਮਹਿਲ ਹਰ ਪਾਵੇ ਜੀਓ। ਉਹਨਾਂ ਨੂੰ ਤੂੰ ਆਪਣੇ ਸਰੂਪ ਘਰ ਦੀ ਬਖਸ਼ਿਸ਼ ਕਰ ਦਿੰਦਾ ਹੈ, ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ। ਉਹ ਫਿਰ ਬਾਰ-ਬਾਰ ਜੰਮਣ ਮਰਨ ਦੇ ਗੇੜਿਆਂ ਦੇ ਵਿੱਚ ਨਹੀਂ ਆਉਂਦੇ। ਸੰਗਤ ਜੀ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ, ਉੱਥੇ ਅੱਜ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਸਾਲ ਦੇ ਵਿੱਚ ਜਿੱਥੇ 12 ਮਹੀਨੇ ਹੁੰਦੇ ਹਨ, 6 ਰੁੱਤਾਂ ਦਾ ਵਰਣਨ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਕੀਤਾ ਤੇ 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ। ਜੇਠ ਅਤੇ ਹਾੜ ਦਾ ਮਹੀਨਾ ਜੋ ਗਰੀਖਮ ਰੁੱਤ ਦਾ ਗੁਰਬਾਣੀ ਨੇ ਦਰਸਾਇਆ, ਭਾਵ ਗਰਮੀ ਰੁੱਤ ਦਾ ਦਰਸਾਇਆ, ਉਹ ਵੀ ਬਤੀਤ ਹੋ ਗਿਆ। ਸੌਣ ਅਤੇ ਭਾਦੋਂ ਜੋ ਪਾਵਸ ਰੁੱਤ ਵਰਖਾ ਰੁੱਤ ਦਾ ਮਹੀਨਾ, ਉਹ ਵੀ ਬਤੀਤ ਹੋ ਗਿਆ। ਤੇ ਅੱਜ ਤੋਂ ਰੁੱਤ ਸਰਦ ਅਡੰਬਰੋ ਅੱਸੂ ਕੱਤਕੇ ਹਰ ਪਿਆਸ ਜੀਓ। ਅੱਜ ਤੋਂ ਜਿੱਥੇ ਅੱਸੂ ਦੇ ਮਹੀਨੇ ਦੀ, ਅਸੁਨ ਦੇ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ, ਉੱਥੇ ਨਾਲ ਦੀ ਨਾਲ ਸਰਦ ਰੁੱਤ ਦੀ ਪ੍ਰਾਰੰਭਤਾ, ਮਿੱਠੀ ਠੰਡੀ ਰੁੱਤ ਦੀ ਪ੍ਰਾਰੰਭਤਾ ਹੋ ਰਹੀ ਹੈ। ਤੇ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਅਸੁਨ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ। ਅਸੁਨ ਪ੍ਰੇਮ ਉਮਾਹੜਾ। ਅੱਸੂ ਦੇ ਮਹੀਨੇ ਦੁਆਰਾ ਪਰਿਪੂਰਨ ਪਰਮਾਤਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਭਾਦੋਂ ਦੇ ਉਪਦੇਸ਼ ਤੇ ਜਿਨ੍ਹਾਂ ਜੀਵਾਂ ਨੇ ਅਪਲ ਕੀਤਾ, ਉਸ ਦੇ ਵਿੱਚ ਵੀ ਭਾਦੋਂ ਹੀ ਭਰਮ ਭੁਲਾਣੀਆਂ ਹੀ ਆਇਆ ਸੀ। ਤੇ ਜਿਹੜੇ ਦੋਏ ਭਾਅ ਦੇ ਵਿੱਚੋਂ ਨਿਕਲ ਕੇ ਇੱਕ ਭਾਅ ਦੇ ਵਿੱਚ ਆ ਗਏ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇੱਕ ਭਾਅ ਦੇ ਵਿੱਚ ਆ ਗਏ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਏ ਤੇ ਅਸੁਨ ਪ੍ਰੇਮ ਉਮਾਹੜਾ। ਫਿਰ ਅੱਸੂ ਦੀ ਜਦੋਂ ਠੰਡੀ ਮਿੱਠੀ ਰੁੱਤ ਆਈ ਨਾ, ਉਹਨਾਂ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਨੇ ਉਛਾਲ ਲਿਆਂਦਾ, ਅਥਵਾ ਅਸੁਨ ਆ ਪਲਸ ਸੁਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐ ਜੀਵ ਗੁਰੂ ਦੀ ਸੰਗਤ ਦੇ ਵਿੱਚ ਆ ਕਰਕੇ ਪਲਸ ਸੁਨ, ਆ ਕਰਕੇ ਤੇ ਪਰਮੇਸ਼ਰ ਦਾ ਨਾਮ ਸੁਣ ਤੇ ਤੈਨੂੰ ਪ੍ਰਾਪਤੀ ਕੀ ਹੋਵੇਗੀ? ਤੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰੇਮ ਦਾ ਉਛਾਲ ਪੈਦਾ ਹੋਵੇਗਾ, ਅਥਵਾ ਆਸਾ ਪਲਸ ਸੁਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਿਨ੍ਹਾਂ ਜੀਵਾਂ ਨੇ ਆਸਾ ਸੁਨ, ਦੁਨੀਆ ਦੀਆਂ ਖਵਾਇਸ਼ਾਂ, ਪਦਾਰਥਾਂ ਦੀਆਂ ਖਵਾਇਸ਼ਾਂ, ਆਸਾ ਨੂੰ ਸੁਨ ਕਰ ਲਿਆ, ਉਹਨਾਂ ਦੇ ਹਿਰਦੇ ਦੇ ਵਿੱਚ ਸੁਨ ਤੋਂ ਭਾਵ ਖਤਮ ਕਰ ਲਿਆ, ਸੁਨ ਹੋ ਗਏ। ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਫਿਰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰੇਮ ਦਾ ਉਛਾਲ ਮਾਨੋ ਹੜ ਹੀ ਆ ਜਾਂਦਾ ਹੈ। ਕਿਉਂ ਮਿਲੀਐ ਹਰ ਜਾਏ। ਫਿਰ ਉਹ ਤਰਲੇ ਲੈਂਦੀਆਂ ਰੂਹਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦਾ ਉਛਾਲਾ ਆਉਂਦਾ ਨਾ ਜੀ, ਫਿਰ ਉਹ ਤਰਲੇ ਲੈਂਦੀਆਂ। ਬਾਕੀ ਤੇ ਮੇਰੇ ਵਰਗੇ ਬਸ ਸਾਰੀ ਉਮਰ ਰਾਹ ਹੀ ਪੁੱਛਦੇ ਰਹਿੰਦੇ, ਗੱਲੀ ਬਾਤੀ ਸਾਰਦੇ। ਉਹੋ ਹੀ ਤਰਲੇ ਲੈਂਦੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰੇਮ ਦਾ ਹੜ੍ਹ ਆਇਆ ਹੁੰਦਾ। ਫਿਰ ਉਹ ਸੋਚਦੇ, ਉਹਨਾਂ ਦੀ ਤੜਪ ਉਹਨਾਂ ਨੂੰ ਟਿਕਣ ਨਹੀਂ ਦਿੰਦੀ ਕਿ ਕਿਉਂ ਮਿਲੀਏ ਹਰ ਜਾਏ, ਕਿਹੜਾ ਸਾਧਨ ਕਰੀਏ, ਕਿਹੜੀ ਜੁਗਤੀ ਕਰੀਏ, ਕਿਹੜਾ ਰਸਤਾ ਅਪਣਾਈਏ, ਮਿਲੀਏ ਹਰ ਜਾਏ। ਜਿਸ ਦੇ ਨਾਲ ਜਾ ਕਰਕੇ ਪਰਿਪੂਰਨ ਪਰਮਾਤਮਾ ਨੂੰ ਮਿਲ ਲਈਏ, ਅਥਵਾ ਉਸ ਦੀ ਪ੍ਰਾਪਤੀ ਹੋ ਜਾਵੇ। ਮਨ ਤਨ ਪਿਆਸ ਦਰਸ਼ਨ ਕਣੀ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਉਹ ਟਿਕਦੇ ਨਹੀਂ। ਮਨ ਤਨ ਪਿਆਸ,
ਮਨ ਹਿਰਦੇ ਤਨ ਸਰੀਰ ਦੇ ਵਿੱਚ ਇੰਨੀ ਪਿਆਸ ਘਣੀ, ਦਰਸ਼ਨ ਘਣੀ, ਪਿਆਸ ਦਰਸ਼ਨ ਘਣੀ, ਥੋੜੀ ਜੀ ਪਿਆਸ ਨਹੀਂ, ਘਣੀ ਸ਼ਬਦ ਵਰਤਿਆ ਸੱਚੇ ਪਾਤਸ਼ਾਹ ਜੀ ਨੇ ਕਿ ਇੰਨੀ ਘਣੀ, ਇੰਨੀ ਸੰਘਣੀ, ਇੰਨੀ ਜ਼ਿਆਦਾ ਪਿਆਸ, ਭੁੱਖ ਪੈਦਾ ਹੋ ਜਾਂਦੀ ਉਹਨਾਂ ਦੇ ਮਨ ਅਤੇ ਤਨ ਦੇ ਵਿੱਚ। ਕੋਈ ਆਣ ਮਿਲਾਵੇ ਮਾਏ। ਫਿਰ ਉਹ ਨਾਮ ਜਪਣ ਵਾਲੀਆਂ ਰੂਹਾਂ ਨੂੰ ਪੁੱਛਦੇ ਕਿ ਕੋਈ ਮੇਰੀ ਕਿਰਪਾ ਕਰੋ, ਕੋਈ ਮੇਰੀ ਮਦਦ ਕਰੋ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਕੋਈ ਪਰਮਾਤਮਾ ਮਿਲਾ ਦੇਵੋ, ਅਥਵਾ ਆਣ ਮਿਲਾਵੇ ਮਾਏ। ਮਾਏ ਤੋਂ ਭਾਵ ਮਾਇਆ, ਤੇ ਮਾਇਆ ਦਾ ਪਤੀ ਮਾਧੋ ਪਰਿਪੂਰਨ ਪਰਮਾਤਮਾ, ਮੈਨੂੰ ਕੋਈ ਉਸ ਮਾਧੋ ਦੀ ਪਰਮਾਤਮਾ ਦੀ ਪ੍ਰਾਪਤੀ ਕਰਵਾ ਦੇਵੇ। ਸੰਤ ਸਹਾਈ ਪ੍ਰੇਮ ਕੇ। ਜਦੋਂ ਤੜਪ ਵਾਲੇ ਹਿਰਦੇ, ਘਣੀ ਪਿਆਸ ਦਰਸ਼ਨ ਦੀ ਰੱਖਣ ਵਾਲੇ ਹਿਰਦੇ ਜਦੋਂ ਤਰਲੇ ਲੈਂਦੇ ਹੈ ਨਾ, ਫਿਰ ਪਰਮਾਤਮਾ ਗੁਰੂ ਬਿਧ ਖੜੀ ਕਰਦਾ। ਫਿਰ ਕਿਸੇ ਨੇ ਦੱਸ ਪਾਈ ਕਿ ਸੰਤ ਸਹਾਈ ਪ੍ਰੇਮ ਕੇ, ਨਾਮ ਜਪਣ ਵਾਲੀਆਂ ਰੂਹਾਂ ਸ਼ਾਂਤ ਆਤਮਾਵਾਂ ਨਾ ਜੀ ਤੇਰੀ ਮਦਦ ਕਰ ਸਕਦੀਆਂ, ਤੈਨੂੰ ਪਰਮਾਤਮਾ ਦੇ ਮਿਲਾਪ ਦੇ ਜੋ ਰਸਤਾ ਨਾ ਉਸ 'ਤੇ ਚੱਲਣ ਦੇ ਵਿੱਚ ਸਹਾਇਤਾ ਕਰ ਸਕਦੀਆਂ। ਸੰਤ ਸ਼ਬਦ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਵੱਖ-ਵੱਖ ਅਰਥਾਂ ਦੇ ਵਿੱਚ ਆਇਆ। ਸੱਚੇ ਪਾਤਸ਼ਾਹ ਜੀ ਨੇ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ, ਇੱਥੇ ਸੰਤ ਸ਼ਬਦ ਪਰਮਾਤਮਾ ਵਾਸਤੇ ਵਰਤਿਆ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਥੇ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਖਸ਼ ਨਖ ਬਿਦਰਿਓ। ਇੱਥੇ ਸੰਤ ਸ਼ਬਦ ਭਗਤਾਂ ਵਾਸਤੇ ਗੁਰਬਾਣੀ ਦੇ ਵਿੱਚ ਵਰਤਿਆ ਗਿਆ। ਤੇ ਆਵਹੁ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਇੱਥੇ ਸੰਤ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਵਾਲੀਆਂ ਰੂਹਾਂ ਵਾਸਤੇ ਵਰਤਿਆ। ਤੇ ਉਹਨਾਂ ਦੀ ਉਪਮਾ ਵੀ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ ਕਿ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ, ਜੇ ਉਹਨਾਂ ਦੀ ਸੰਗਤ ਕਰੀਏ ਉਹ ਸਹਾਇਤਾ ਕਰਦੇ ਤੇ ਭਵਜਲ ਤੋਂ ਪਾਰ ਉਤਾਰਾ ਕਰਵਾ ਦਿੰਦੇ ਸੰਤ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਸੰਤ ਸ਼ਬਦ ਦੀ ਜੋ ਪਰਿਭਾਸ਼ਾ ਅੰਕਿਤ ਕੀਤੀ ਹੈ, ਉਹ ਕੀਤੀ ਹੈ ਜਿਸ ਮਨੁੱਖ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ ਉਹ ਸੰਤ ਆਤਮਾ। ਇੱਥੇ ਉਸ ਸ਼ਾਂਤ ਆਤਮਾ ਦਾ ਜ਼ਿਕਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ, ਮੇਰੇ ਵਰਗੇ ਭੇਖੀ ਪਖੰਡੀ ਡੰਬੀ ਦਾ ਨਹੀਂ ਕਰ ਰਹੇ। ਨਾਮ ਜਪਣ ਵਾਲੀਆਂ ਰੂਹਾਂ ਜੋ ਪਰਮਾਤਮਾ ਦੇ ਨਾਲ ਓਤ-ਪੋਤ ਹੋ ਜਾਂਦੀਆਂ, ਉਸ ਸੰਤ ਦਾ ਸ਼ਾਂਤ ਆਤਮਾ ਦਾ ਜ਼ਿਕਰ ਕਰ ਰਹੇ। ਤੇ ਕਹਿੰਦੇ ਜੇ ਉਹਨਾਂ ਦੀ ਤੈਨੂੰ ਸੰਗਤ ਮਿਲ ਜਾਵੇ ਨਾ, ਤੇ ਸੰਤ ਸਹਾਈ ਪ੍ਰੇਮ ਕੇ, ਜਿਹੜਾ ਤੇਰੇ ਅੰਦਰ ਪ੍ਰੇਮ ਲੱਗਾ ਨਾ, ਉਸ਼ਾਹ ਆਇਆ, ਹੜ ਆਇਆ ਨਾ, ਉਸ ਪ੍ਰੇਮ ਦੇ ਵਿੱਚ ਉਹ ਸਹਾਇਤਾ ਕਰ ਸਕਦੇ, ਤੇਰਾ ਮਿਲਾਪ ਕਰਵਾ ਸਕਦੇ ਹਨ। ਹਉ ਤਿਨ ਕੈ ਲਾਗਾ ਪਾਏ। ਫਿਰ ਜੀਵ ਕਹਿੰਦਾ ਮੈਨੂੰ ਮਿਲਾ ਦਿਓ, ਮੈਂ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਜਾਵਾਂ, ਉਹਨਾਂ ਦੀ ਸਹਾਇਤਾ ਵੀ ਲੈ ਲਵਾਂ। ਵਿਣ ਪ੍ਰਭ ਕਿਉਂ ਸੁਖ ਪਾਈਐ। ਫਿਰ ਇਸ ਜੀਵ ਨੂੰ ਸਮਝ ਆਉਂਦੀ, ਉਹਨਾਂ ਸ਼ਾਂਤ ਆਤਮਾਵਾਂ ਨੇ ਦੱਸਿਆ ਕਿ ਇੱਕ ਤੇ ਭਰੋਸਾ ਰੱਖ। ਉਹਨਾਂ ਆਪਣੇ ਨਾਲ ਨਹੀਂ ਜੋੜਿਆ ਸ਼ਾਂਤ ਆਤਮਾਵਾਂ ਨੇ, ਉਹਨਾਂ ਨੇ ਕਿਹਾ ਵਿਣ ਪ੍ਰਭ ਕਿਉਂ ਸੁਖ ਪਾਈਏ। ਉਹ ਕਹਿੰਦੇ ਪਰਿਪੂਰਨ ਪਰਮਾਤਮਾ ਇੱਕ ਹੈ, ਕਿਸੇ ਹੋਰ ਦੀ ਟੇਕ ਨਾ ਰੱਖ, ਤੇ ਉਸ ਤੋਂ ਬਿਨਾਂ ਤੈਨੂੰ ਸਦੀਵ ਕਾਲ ਸੁਖ ਪ੍ਰਾਪਤ ਨਹੀਂ ਹੋਣਾ। ਦੂਜੀ ਨਾਹੀ ਜਾਏ। ਤੇ ਫਿਰ ਉਹਨਾਂ ਨੇ ਦੱਸਿਆ ਕਿ ਦੂਜੀ ਨਾਹੀ ਜਾਏ ਤੋਂ ਭਾਵ ਜਗ੍ਹਾ, ਕਹਿੰਦੇ ਹੋਰ ਕੋਈ ਜਗ੍ਹਾ ਨਹੀਂ ਹੋ ਤੇ ਨਾ ਹੀ ਕੋਈ ਹੋਰ ਪ੍ਰਮਾਤਮਾ ਹੋ। ਇਸ ਕਰਕੇ ਪ੍ਰਮਾਤਮਾ ਤੇ ਟੇਕ ਰੱਖ, ਭਰੋਸਾ ਰੱਖ। ਜਿਨੀ ਚਾਖਿਆ ਪ੍ਰੇਮ ਰਸ। ਫਿਰ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਦਾ ਪ੍ਰੇਮ ਰਸ ਚੱਖ ਲਿਆ, ਪ੍ਰਾਪਤੀ ਹੋ ਗਈ। ਸੇ ਤ੍ਰਿਪਤ ਰਹੇ ਆਗਾਏ। ਫਿਰ ਉਹ ਦੁਨਿਆਵੀ ਖਵਾਹਿਸ਼ਾਂ ਵੱਲੋਂ ਆਸਾ ਸੁਣ, ਉਹ ਦੁਨਿਆਵੀ ਖਵਾਹਿਸ਼ਾਂ ਵੱਲੋਂ ਸੁੰਨ ਹੋ ਗਏ,
ਉਹਨਾਂ ਦੀਆਂ ਆਸਾਂ ਮਰ ਗਈਆਂ ਤੇ ਤ੍ਰਿਪਤ ਹੋ ਗਏ, ਦੁਨਿਆਵੀ ਆਸਾਂ ਵੱਲੋਂ ਰੱਜ ਗਏ, ਆਗਾਏ। ਉਹ ਫਿਰ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਗਏ। ਆਪ ਤਿਆਗ ਬੇਨਤੀ ਕਰਹਿ। ਪਰ ਸੱਚੇ ਪਾਤਸ਼ਾਹ ਜੀ ਸਾਵਧਾਨ ਕਰਦੇ ਸਾਨੂੰ ਕਿ ਇੰਨਾ ਕੁਝ ਹੋ ਗਿਆ, ਪ੍ਰਾਪਤੀ ਹੋ ਗਈ, ਸੰਤ ਵੀ ਮਿਲ ਗਏ, ਗੁਰੂ ਮਿਲ ਗਿਆ, ਬੰਦਗੀ ਕਰ ਲਈ, ਵੇਖੀ ਆਪਣੇ ਧਰਮ ਦੇ ਕੀਤੇ ਕਰਮਾਂ ਤੇ ਕਿਤੇ ਮਾਣ ਨਾ ਕਰੀ। ਇੱਕ ਕੰਮ ਨਾਲ ਦੀ ਨਾਲ ਕਰਦਾ ਰਹੀਂ, ਉਹ ਕਿਹੜਾ? ਆਪ ਤਿਆਗ ਬੇਨਤੀ ਕਰੇ। ਆਪਾ ਭਾਵਕ ਤਿਆਗ ਕੇ, ਆਪਣੀ ਹੰਗਤਾ ਤਿਆਗ ਕੇ, ਧਰਮ ਦੇ ਕੀਤੇ ਕਰਮਾਂ ਦਾ ਹੰਕਾਰ ਤਿਆਗ ਕਰਕੇ ਤੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦਾ ਰਹੇ। ਲੇਹੋ ਪ੍ਰਭੂ ਲੜ ਲਾਏ। ਤੇ ਬੇਨਤੀ ਕਿਹੜੀ ਕਰਨੀ? ਕਹੀਂ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਲਓ, ਅਥਵਾ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਿਓ। ਕਲਗੀਧਰ ਦਸ਼ਮੇਸ਼ ਪਿਤਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾ ਜੀ ਬਹਾਦਰ ਸ਼ਾਹ ਦੇ ਇੱਕ ਕਾਜੀ ਨੇ ਸਵਾਲ ਕੀਤਾ ਸੀ ਕਿ ਖੁਦਾ ਦੀ ਪ੍ਰਾਪਤੀ ਕਿਕੂ ਹੋਵੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਕਾਜੀ ਐਬਾਂ ਨੂੰ ਛੱਡ ਦੇਣਾ, ਗੁਨਾਹ ਕੋਈ ਨਾ ਕਰਨਾ, ਸਰੀਰ ਕਰਕੇ ਬੰਦਗੀ ਕਰਨੀ ਤੇ ਹਰ ਵੇਲੇ ਮਨ ਕਰਕੇ ਅਰਦਾਸ ਕਰਦੇ ਰਹਿਣਾ, ਫੇਰ ਜਾ ਕੇ ਖੁਦਾ ਦੀ ਪ੍ਰਾਪਤੀ ਹੋਵੇਗੀ। ਤੇ ਉਹ ਕਾਜੀ ਕਹਿਣ ਲੱਗਾ, ਮੇਰੇ ਵਰਗਾ ਸੀ ਹਾਂ ਜੀ, ਮੈਂ ਕਾਜੀ ਤੋਂ ਵੀ ਹੋ ਸਕਦਾ ਛੋਟੀ ਅਵਸਥਾ ਵਾਲਾ ਹੀ ਹੋਵਾਂ। ਤੇ ਉਹ ਕਾਜੀ ਕਹਿਣ ਲੱਗਾ, ਸਤਿਗੁਰੂ ਜਦੋਂ ਗੁਨਾਹ ਛੱਡ ਦਿੱਤੇ, ਐਬ ਕੋਈ ਨਾ ਕੀਤਾ, ਸਰੀਰ ਕਰਕੇ ਬੰਦਗੀ ਕਰਨ ਲੱਗ ਪਏ, ਫਿਰ ਅਰਦਾਸ ਕਰਨ ਦੀ ਕੀ ਲੋੜ ਹੈ? ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦੀ ਕੀ ਲੋੜ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਤਿੰਨੇ ਕਰਮ ਕਰਕੇ ਵੇਖ ਲੈ, ਕੋਈ ਪ੍ਰਾਪਤੀ ਹੁੰਦੀ। ਜਦੋਂ ਉਹਨੇ ਕੀਤਾ ਨਾ ਜੀ, ਨਾ ਅੰਦਰੋਂ ਤੜਪ ਮਿਟੀ, ਨਾ ਅੰਦਰ ਰਸ ਆਇਆ, ਨਾ ਸਵਾਦ ਆਇਆ। ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਖੇਡ ਕੋਈ ਨਹੀਂ ਬਣਦੀ। ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਐਬ ਛੱਡ ਦਿੱਤੇ, ਗੁਨਾਹ ਕੋਈ ਨਹੀਂ ਕਰ ਰਿਹਾ, ਬੰਦਗੀ ਕਰ ਰਿਹਾ ਨਾ, ਹੁਣ ਮਨ ਕਰਕੇ ਨਾ ਸਦੀਵ ਕਾਲ ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਰਹੀ ਤੇ ਵੇਖੀ ਤੇਰੇ ਰਸ ਵੀ ਆ ਜਾਵੇਗਾ, ਤੈਨੂੰ ਖੁਦਾ ਦੀ ਪ੍ਰਾਪਤੀ ਵੀ ਹੋ ਜਾਵੇਗੀ। ਸੱਚੇ ਪਾਤਸ਼ਾਹ ਇੱਥੇ ਵੀ ਫਰਮਾਨ ਕਰਦੇ ਹਨ ਕਿ ਧਰਮ ਦੇ ਕਰਮ ਕਰਦਿਆਂ ਕਰਦਿਆਂ ਆਪਾ ਭਾਵ ਤਿਆਗ ਕੇ ਤੇ ਬੇਨਤੀ ਕਰਦੇ ਰਹਿਣਾ ਵਾ ਹਰੇਕ ਵੇਲੇ ਹਰ ਵੇਲੇ ਕਿ ਸੱਚੇ ਪਾਤਸ਼ਾਹ ਮਿਹਰ ਕਰੀ, ਸਾਡੇ ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਗੁਣ ਨ ਅਵਗੁਣ ਨਾ ਵਿਚਾਰੋ ਕੋਈ। ਸਾਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਿਓ। ਜੋ ਹਰ ਕੰਤ ਮਿਲਾਈਆ। ਜਦੋਂ ਇਹ ਜੀਵ ਧਰਮ ਦੇ ਕਰਮ ਕਰਦਿਆਂ ਹੰਗਤਾ ਛੱਡ ਦਿੱਤੀ, ਬੇਨਤੀਆਂ ਕਰਦਾ ਰਿਹਾ, ਫਿਰ ਜਿਨ੍ਹਾਂ ਜੀਵ ਆਤਮਾ ਨੂੰ ਪਰਿਪੂਰਨ ਪਰਮਾਤਮਾ ਨੇ ਆਪਣੇ ਵਿੱਚ ਮਿਲਾ ਲਿਆ, ਸੇ ਵਿਛੁੜ ਕਤਹਿ ਨਾ ਜਾਏ। ਫਿਰ ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦਾ ਬਾਰ-ਬਾਰ ਟੇਢੀਆਂ ਮੇਢੀਆਂ ਜੂਨਾਂ ਦਾ ਵਿਛੋੜਾ ਸਹਿਣਾ ਨਹੀਂ ਪੈਂਦਾ। ਪ੍ਰਭ ਬਿਨ ਦੂਜਾ ਕੋ ਨਹੀਂ। ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਨਹੀਂ। ਨਾਨਕ ਹਰਿ ਸਰਣਾਏ। ਸਤਿਗੁਰੂ ਅਸੀਂ ਆਪ ਜੀ ਦੀ ਚਰਨ ਸ਼ਰਨ ਹਾਂ, ਜਾਂ ਅਥਵਾ ਸੱਚੇ ਪਾਤਸ਼ਾਹ ਮਿਹਰ ਕਰੋ, ਸਾਨੂੰ ਆਪਣੇ ਚਰਨਾਂ ਕਮਲਾਂ ਦੀ ਸ਼ਰਨ ਦੇ ਨਾਲ ਜੋੜ ਕੇ ਰੱਖੋ। ਅਸੂ ਸੁਖੀ ਵਸੰਦੀਆ। ਅਸੂ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ, ਫਰਮਾਉਂਦੇ ਹਨ ਕਿ ਸੁਖੀ ਵਸੰਦੀਆ, ਉਹ ਜੀਵ ਆਤਮਾਵਾਂ ਸਦੀਵ ਕਾਲ ਸੁਖੀ ਵਸਦੀਆਂ ਹਨ। ਜਿਨ੍ਹਾਂ ਮਇਆ ਹਰ ਰਾਏ। ਜਿਨ੍ਹਾਂ ਦੇ ਉੱਪਰ ਪਰਿਪੂਰਨ ਪਰਮਾਤਮਾ ਮਇਆ ਕਹੀਏ ਕਿਰਪਾ ਪ੍ਰਸਾਦ ਰਹਿਮਤ ਆਪਣੀ ਮਿਹਰ ਦਾ ਮੀਂਹ ਵਸਾ ਦਿੰਦਾ। ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਆਤਮਾਵਾਂ ਸੁਖੀ ਵਸਦੀਆਂ ਤੇ ਹਰ ਰਾਏ, ਹਰੀ ਪਰਿਪੂਰਨ ਪਰਮਾਤਮਾ ਰਾਏ ਪ੍ਰਕਾਸ਼ ਰੂਪ, ਫਿਰ ਉਸ ਦੀ ਜਿਨ੍ਹਾਂ ਤੇ ਮਾਇਆ ਹੋ ਜਾਂਦੀ ਹੈ। ਸੰਗਤ ਜੀ 12 ਮਾਹ ਮਾਝ ਦੀ ਨਾ ਜੀ ਪ੍ਰਾਰੰਭਤਾ ਵੀ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਹੀ ਕੀਤੀ ਹੈ ਕਿ ਕਿਰਤ ਕਰਮ ਕੇ ਵਿਛੜੇ। ਸੱਚੇ ਪਾਤਸ਼ਾਹ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਵਿਛੜੇ ਹਾਂ,
ਕਰ ਕਿਰਪਾ ਮੇਲੋ ਰਾਮ। ਪਰ ਅੱਗੇ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਫਰਮਾਇਆ ਕਿ ਅਸੀਂ ਕਰਮ ਕਰਾਂਗੇ ਤਾਂ ਤੇਰੇ ਵਿੱਚ ਅਭੇਦਤਾ ਹੋ ਜਾਵੇਗੀ, ਮਿਲ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਮੋਹਰ ਲਾਈ ਹੈ, ਕਰ ਕਿਰਪਾ। ਸੱਚੇ ਪਾਤਸ਼ਾਹ ਅਸੀਂ ਕਰਮ ਕਰ ਬੈਠੇ, ਭੁੱਲ ਗਏ, ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ ਪੈ ਗਏ, ਤੇ ਤੂੰ ਮਿਹਰ ਕਰ, ਕਰ ਕਿਰਪਾ ਮੇਲੋ ਰਾਮ। ਸਾਡੇ ਤੇ ਮਿਹਰ ਕਰ। ਸੰਗਤ ਜੀ ਕੇਵਲ 1 ਮਿੰਟ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਨੀ ਹੈ। ਅੰਮ੍ਰਿਤ ਛਕਣਾ, 5 ਕਕਾਰੀ ਰਹਿਤ ਬੈਤ ਰੱਖਣੀ, 4 ਬੱਜਰ ਕੁਰੈਤਾਂ ਤੋਂ ਬਚਣਾ, ਧਰਮ ਦੇ ਕਰਮ ਕਰਨੇ, ਸਿਮਰਨ ਕਰਨਾ, ਸੇਵਾ ਕਰਨੀ, ਪਰ ਆਪਣੇ ਧਰਮ ਦੇ ਕਰਮਾਂ ਤੇ ਹੰਕਾਰ ਨਹੀਂ ਰੱਖਣਾ। ਟੇਕ ਟੇਕ ਅਕਾਲ ਪੁਰਖ ਦੀ ਮਾਇਆ ਕਿਰਪਾ ਪ੍ਰਸਾਦ ਦੀ ਰੱਖਣੀ, ਤਾਂ ਜਾ ਕੇ ਜਨਮਾਂ ਜਨਮਾਂਤਰਾਂ ਦਾ ਗੇੜਾ ਮੁੱਕਦਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੋ ਸੁਖੀ ਵਸੰਦੀਆ, ਜਿਨਾ ਮਾਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।